हेलो एट्थ क्लास बेटा 11th CP ਦੀ ਸ਼ੀਟ ਆ ਚੁੱਕੀ ਹੈ। ਉਹਦਾ ਸੋਲੂਸ਼ਨ ਆਪਾਂ ਰਲ ਕੇ ਕਰਦੇ ਹਾਂ। ਪਹਿਲਾ ਕੁਐਸਚਨ ਹੈ ਬੇਟਾ, ਧੁਨੀ ਜਿਹੜੀ ਹੈ ਵੱਖ-ਵੱਖ ਮਾਧਿਅਮ ਦੇ ਵਿੱਚ ਪ੍ਰਸਾਰਿਤ ਹੁੰਦੀ ਹੈ। ਇਹਨਾਂ ਵਿੱਚੋਂ ਧੁਨੀ ਨੂੰ ਪ੍ਰਸਾਰਿਤ ਹੋਣ ਲਈ ਕਿਹੜੇ ਮਾਧਿਅਮ ਦੀ ਲੋੜ ਹੁੰਦੀ ਹੈ? ਬੇਟਾ ਤੁਸੀਂ ਪੜ੍ਹ ਚੁੱਕੇ ਹੋ ਕਿ ਸਾਨੂੰ ਠੋਸ, ਤਰਲ ਗੈਸ, ਸੋਲਿਡ, ਲਿਕੁਇਡ ਗੈਸ ਯਾਨੀ ਤਿੰਨੋਂ ਮਾਧਿਅਮ ਜਿਹੜੇ ਨੇ ਉਹ ਚਾਹੀਦੇ ਨੇ ਧੁਨੀ ਨੂੰ ਮੂਵ ਕਰਨ ਲਈ, ਪ੍ਰੋਪਾਗੇਟ ਕਰਨ ਲਈ। ਸੈਕਿੰਡ ਕੁਐਸਚਨ ਇਹ ਹੈ ਬੇਟਾ ਕਿ ਜਦੋਂ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਆਪਾਂ ਆਪਣੇ ਜਿਹੜੀ ਆਵਾਜ਼ ਹੈ ਉਹ ਕਿਵੇਂ ਪੈਦਾ ਹੁੰਦੀ ਹੈ। ਬੇਟਾ ਆਪਣੇ ਗਲੇ ਦੇ ਵਿੱਚ ਇੱਕ ਲੈਰਿੰਗਸ ਯਾਨੀ ਕਿ ਕੰਠ ਪਟਾਰੀ ਕਹਿੰਦੇ ਆ ਜਾਂ ਵਾਕ ਯੰਤਰ ਕਹਿੰਦੇ ਆ, ਉਹ ਇੱਕ ਤਣੀ ਹੋਈ ਜਿਹੜੀ ਹੈ ਇੱਕ ਸਟ੍ਰੈਚ ਇੱਕ ਝਿੱਲੀ ਜਿਹੀ ਹੁੰਦੀ ਹੈ, ਵੀ ਸ਼ੇਪ ਦੀ ਹੁੰਦੀ ਹੈ। ਔਰ ਜਦੋਂ ਆਪਣੇ ਲੰਗਸ ਦੇ ਵਿੱਚੋਂ ਹਵਾ ਆਉਂਦੀ ਹੈ ਉਹਨੂੰ ਅਲੱਗ-ਅਲੱਗ ਪੋਜੀਸ਼ਨ ਦੇ ਵਿੱਚ ਆਪਣੀ ਜੀਭ ਜਿਹੜੀ ਹੈ ਰੋਕਦੀ ਹੈ ਅਤੇ ਅਲੱਗ-ਅਲੱਗ ਤਰ੍ਹਾਂ ਦੀ ਧੁਨੀ ਪੈਦਾ ਹੁੰਦੀ ਹੈ। ਸੋ ਆਪਣੇ ਕੋਲ ਮਹੱਤਵਪੂਰਨ ਰੋਲ ਜਿਹੜਾ ਹੈ ਆਵਾਜ਼ ਪੈਦਾ ਕਰਨ ਲਈ ਇੰਪੋਰਟੈਂਟ ਪਾਰਟ ਫॉर ਜਨਰੇਟਿੰਗ ਦਾ ਸਾਊਂਡ ਉਹ ਕੀ ਹੈ? ਲੈਰਿੰਗਸ ਯਾਨੀ ਕਿ ਕੰਠ ਪਿਟਾਰੀ ਹੈ। ਥਰਡ ਕੁਐਸਚਨ ਦੇਖੀਏ ਬੇਟਾ, ਇਹਦੇ ਵਿੱਚ ਇਹ ਹੈ ਕਿ ਸੁਰ ਤੰਦਾਂ ਜਿਹੜੀਆਂ ਨੇ ਯਾਨੀ ਕਿ ਵੋਕਲ ਕੋਡਸ ਜਿਹੜੇ ਮੈਂ ਹੁਣੇ ਕਿਹਾ ਵੀ ਸ਼ੇਪ ਦੀ ਆਪਣੀ ਜਿਹੜੀ ਹੈ ਇੱਕ ਸਟ੍ਰੈਚਡ ਝਿੱਲੀ ਜੀ ਹੁੰਦੀ ਹੈ, ਠੀਕ ਹੈ। ਉਹਦਾ ਇੱਕ ਮਾਡਲ ਤਿਆਰ ਕਰਨਾ, ਉਹਦੇ ਵਿੱਚ ਮਰਦਾਂ ਬਾਰੇ ਯਾਨੀ ਕਿ ਹਿਊਮਨ ਮੇਲ ਬਾਰੇ ਪੁੱਛਿਆ ਗਿਆ, ਮੈਨ ਪੁੱਛਿਆ ਗਿਆ ਕਿ ਇਹਦੀ ਜਿਹੜੀ ਲੈਂਥ ਹੈ ਉਹ ਕਿੰਨੀ ਹੁੰਦੀ ਹੈ। ਬੇਟਾ 20 mm ਹੁੰਦੀ ਹੈ ਮੇਲ ਦੀ, ਔਰ ਜੇ ਗੱਲ ਕਰੀਏ ਫੀਮੇਲ ਦੀ ਤਾਂ ਫੀਮੇਲ ਦੇ ਵਿੱਚ ਇਹ 15 mm ਯਾਨੀ ਕਿ 15 ਮਿਲੀਮੀਟਰ ਦੀ ਹੁੰਦੀ ਹੈ, ਠੀਕ ਹੈ ਬੇਟਾ। ਮੈਨ ਦੇ ਵਿੱਚ 20 ਮਿਲੀਮੀਟਰ ਔਰ ਵੂਮਨ ਦੇ ਵਿੱਚ 15 ਮਿਲੀਮੀਟਰ ਹੁੰਦੀ ਹੈ। ਆ ਤਾਂ ਹੁਣ ਬੇਟਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ, ਇਹ ਕੀ ਹੈ? ਪੈਂਡੂਲਮ ਹੈ ਬੇਟਾ। ਬੇਟਾ ਇੱਕ ਕੁਐਸਚਨ ਹੈ, 8 ਸਕਿੰਟ ਦੇ ਵਿੱਚ 40 ਕੰਪਨ ਯਾਨੀ ਕਿ 40 ਵਾਈਬ੍ਰੇਸ਼ਨ ਇਨ 8 ਸੈਕਿੰਡ ਆਪਾਂ ਨੇ ਕੈਲਕੂਲੇਟ ਕਰਨੀ ਹੈ ਆਵਰਤੀ ਯਾਨੀ ਕਿ ਫ੍ਰੀਕੁਐਂਸੀ। ਬੇਟਾ ਆਵਰਤੀ ਕੱਢਣ ਵਾਸਤੇ ਫਾਰਮੂਲਾ ਹੁੰਦਾ ਹੈ ਨੰਬਰ ਆਫ ਵਾਈਬ੍ਰੇਸ਼ਨ ਡਿਵਾਈਡਡ ਬਾਈ ਟਾਈਮ। ਹੁਣ ਤੁਹਾਡੀਆਂ ਵਾਈਬ੍ਰੇਸ਼ਨਸ ਕਿੰਨੀਆਂ ਨੇ ਬੇਟਾ? 40 ਨੇ ਯਾਨੀ ਕਿ 40 ਕੰਪਨ ਨੇ, 40 ਲਗਾ ਲਓ ਬਟਾ ਟਾਈਮ ਕਿੰਨਾ ਦਿੱਤਾ ਬੇਟਾ? 8 ਸਕਿੰਟ। 40 ਬਟਾ 8 ਕਰੋਗੇ, 8 5 40। ਸੋ ਤੁਹਾਡੀ ਇਹਦੀ ਜਿਹੜੀ ਫ੍ਰੀਕੁਐਂਸੀ ਆ ਉਹ ਕੀ ਆ ਜਾਏਗੀ? 5 ਹਰਟਜ਼। ਫ੍ਰੀਕੁਐਂਸੀ ਦੀ ਯੂਨਿਟ ਤੁਹਾਨੂੰ ਪਤਾ ਹੀ ਹੈ ਹਰਟਜ਼ ਹੁੰਦੀ ਹੈ। ਅਗਲਾ ਕੁਐਸਚਨ ਦੇਖੋ ਬੇਟਾ, ਇੱਕ ਪ੍ਰਯੋਗ ਵਿੱਚ ਇੱਕ ਤਰੰਗ ਦੀ ਆਯਾਮ ਨੂੰ ਮਾਪਣ ਲਈ ਕਿਹਾ ਗਿਆ। ਹੁਣ ਆਯਾਮ ਨੂੰ ਮਾਪਣ ਲਈ ਆਯਾਮ ਹੁੰਦਾ ਬੇਟਾ ਐਂਪਲੀਟਿਊਡ। ਐਂਪਲੀਟਿਊਡ ਨੂੰ ਮੇਜਰ ਕਰਨ ਲਈ ਜਿਹੜੀ SI ਯੂਨਿਟ ਹੈ, ਸਟੈਂਡਰਡ ਯੂਨਿਟ ਕਿਹੜੀ ਹੁੰਦੀ ਹੈ? ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੀਟਰ ਜਿਹੜੀ ਇਹਦੀ ਸਟੈਂਡਰਡ ਯੂਨਿਟ ਹੈ। ਅੱਗੇ ਜਿਹੜਾ ਹੈ ਤਰੰਗ ਦੇ ਆਵਰਤਕਾਲ ਤੇ ਆਵਰਤੀ। ਆਵਰਤਕਾਲ ਹੁੰਦਾ ਬੇਟਾ ਟਾਈਮ ਪੀਰੀਅਡ ਔਰ ਆਵਰਤੀ ਕੀ ਹੁੰਦੀ ਹੈ? ਟਾਈਮ ਪੀਰੀਅਡ ਹੁੰਦਾ ਆਵਰਤਕਾਲ, ਆਵਰਤੀ ਹੁੰਦੀ ਹੈ ਫ੍ਰੀਕੁਐਂਸੀ। ਇਹਨਾਂ ਦੋਨਾਂ ਦੇ ਵਿੱਚ ਰਿਲੇਸ਼ਨ ਜਿਹੜਾ ਹੈ ਇਨਵਰਸ ਹੁੰਦਾ ਬੇਟਾ। ਟਾਈਮ ਜਿਹੜਾ ਹੈ ਫ੍ਰੀਕੁਐਂਸੀ ਦਾ ਰੈਸੀਪ੍ਰੋਕਲ ਇਸ ਤਰ੍ਹਾਂ ਲਿਖ ਲਓ, ਚਾਹੇ F = 1/T ਲਿਖ ਲਓ, ਦੋਨਾਂ ਦਾ ਮਤਲਬ ਸੇਮ ਹੀ ਹੈ। ਸੋ T = 1/F। ਨੈਕਸਟ ਕੁਐਸਚਨ 'ਤੇ ਆ ਜਾਓ ਬੇਟਾ, ਧੁਨੀ ਦੀ ਪ੍ਰਕਿਰਤੀ ਵਿਖਾਈ ਗਈ, ਇਹਨਾਂ ਵਿੱਚੋਂ ਕਿਹੜਾ ਸਹੀ ਹੈ? ਬੇਟਾ ਧੁਨੀ ਊਰਜਾ ਦਾ ਰੂਪ ਹੈ, ਫਾਰਮ ਆਫ ਐਨਰਜੀ, ਬਿਲਕੁਲ ਸਹੀ। ਧੁਨੀ ਦੇ ਪ੍ਰਸਾਰਨ ਲਈ ਮਾਧਿਅਮ ਦੀ ਲੋੜ ਹੈ, ਇਟ ਰਿਕੁਆਇਰਸ ਮੀਡੀਅਮ ਟੂ ਪ੍ਰੋਪਾਗੇਟ, ਬਿਲਕੁਲ ਸਹੀ ਹੈ। ਆਵਾਜ਼ ਕੰਪਨ ਦੁਆਰਾ ਪੈਦਾ ਹੁੰਦੀ ਹੈ ਯਾਨੀ ਕਿ ਸਾਊਂਡ ਜਿਹੜੀ ਹੈ ਵਾਈਬ੍ਰੇਸ਼ਨ ਨਾਲ ਪੈਦਾ ਹੁੰਦੀ ਹੈ। ਸੋ ਇਹਦੀ ਆਪਸ਼ਨ ਜਿਹੜੀ ਆ ਆਲ ਅਬਵ ਜਿਹੜੇ ਨੇ ਉਹ ਸਾਰੇ ਕਥਨ ਸਹੀ ਨੇ। 9th ਕੁਐਸਚਨ 'ਤੇ ਆ ਜਾਈਏ ਬੇਟਾ, ਕਲਪਨਾ ਕਰੋ ਤੁਸੀਂ ਚੰਦਰਮਾ ਵਿੱਚ ਇੱਕ ਪੁਲਾੜ ਯਾਤਰੀ ਹੋ, ਤੁਹਾਨੂੰ ਉੱਥੇ ਕੁਝ ਨਹੀਂ ਸੁਣਾਈ ਦਿੰਦਾ। ਤੁਹਾਨੂੰ ਚੈਪਟਰ ਦੇ ਵਿੱਚ ਤੁਹਾਡੇ ਟੀਚਰ ਨੇ ਵੀ ਦੱਸਿਆ ਹੋਣਾ ਬੇਟਾ ਚੰਦਰਮਾ 'ਤੇ ਸਾਨੂੰ ਨਹੀਂ ਸੁਣਾਈ ਦਿੰਦਾ। ਇਸ ਦਾ ਰੀਜ਼ਨ ਇਹ ਹੈ ਬੇਟਾ ਕਿਉਂਕਿ ਆਵਾਜ਼ ਨੂੰ ਟਰੈਵਲ ਕਰਨ ਲਈ, ਇੱਕ ਤੋਂ ਦੂਜੇ ਤੱਕ ਜਾਣ ਲਈ ਕੋਈ ਵੀ ਮਾਧਿਅਮ ਚਾਹੀਦਾ ਹੁੰਦਾ ਹੈ ਬੇਟਾ। ਉਹ ਮਾਧਿਅਮ ਜਿਹੜਾ ਹੈ ਆਪਣਾ ਧਰਤੀ ਦੇ ਉੱਪਰ ਵਾਯੂਮੰਡਲ ਹੁੰਦਾ ਹੈ, ਪਰ ਚੰਦਰਮਾ 'ਤੇ ਵਾਯੂਮੰਡਲ ਦੀ ਅਣਹੋਂਦ ਹੈ। ਡਿਊ ਟੂ ਐਬਸੈਂਸ ਆਫ ਐਟਮੋਸਫੀਅਰ ਔਨ ਦਾ ਮੂਨ ਆਪਾਂ ਨੂੰ ਉੱਥੇ ਆਵਾਜ਼ ਸੁਣਾਈ ਨਹੀਂ ਦੇਵੇਗੀ। 10ਵੇਂ ਕੁਐਸਚਨ 'ਤੇ ਆ ਜਾਈਏ, ਆਪਣੇ ਵੱਖ-ਵੱਖ ਮਾਧਿਅਮ ਦੇ ਵਿੱਚ ਧੁਨੀ ਦੇ ਪ੍ਰਯੋਗ ਕੀਤੇ, ਇਹਨਾਂ ਵਿੱਚ ਪੁੱਛਿਆ ਗਿਆ ਤੁਹਾਡੇ ਤੋਂ ਸਭ ਤੋਂ ਵੱਧ ਕਿੱਥੇ ਜਿਹੜੀ ਹੈ ਧੁਨੀ ਜਿਹੜੀ ਹੈ ਹਾਈ ਸਪੀਡ 'ਤੇ ਕਿੱਥੇ ਟਰੈਵਲ ਕਰੇਗੀ, ਵੱਧ ਜਿਹੜੀ ਹੈ ਗਤੀ? ਤਾਂ ਠੋਸ ਯਾਨੀ ਕਿ ਸੋਲਿਡਸ ਦੇ ਵਿੱਚ ਸਭ ਤੋਂ ਤੇਜ਼ ਟਰੈਵਲ ਕਰਦੀ ਹੈ। ਅਗਲਾ ਕੁਐਸਚਨ ਹੈ ਕਿ ਧੁਨੀ ਪ੍ਰਯੋਗ ਦੇ ਦੌਰਾਨ ਤੁਸੀਂ ਦੇਖਿਆ ਕੁਝ ਮਾਪਦੰਡਾਂ ਦੇ ਬਦਲਣ ਨਾਲ ਧੁਨੀ ਦੀ ਪ੍ਰਬਲਤਾ ਬੇਟਾ ਕਿਹਾ ਜਾਂਦਾ ਹੈ ਲਾਊਡਨੈਸ ਨੂੰ, ਠੀਕ ਹੈ। ਲਾਊਡਨੈਸ ਜਿਹੜੀ ਹੈ ਉਹ ਸਿੱਧੇ ਤੌਰ 'ਤੇ, ਠੀਕ ਹੈ, ਡਾਇਰੈਕਟਲੀ ਕਿਹੜੀ ਚੀਜ਼ ਯਾਨੀ ਐਂਪਲੀਟਿਊਡ ਜਿਹੜਾ ਹੈ ਬੇਟਾ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦਾ ਹੈ ਬੇਟਾ। ਜਿੰਨਾ ਐਂਪਲੀਟਿਊਡ ਜ਼ਿਆਦਾ ਹੋਏਗਾ ਉਨੀ ਕਿਸੇ ਵੀ ਧੁਨੀ ਦੀ ਲਾਊਡਨੈਸ ਹੋਏਗੀ, ਉਨੀ ਹੀ ਉਹਦੀ ਪ੍ਰਬਲਤਾ ਵੱਧ ਹੋਏਗੀ। ਅਗਲਾ ਕੁਐਸਚਨ ਦੇਖੋ, ਸਮੂਹ ਮਨੁੱਖੀ ਸੁਣਨਯੋਗ ਧੁਨੀ ਸੀਮਾ ਤੋਂ ਹੇਠਾਂ ਦੀਆਂ ਧੁਨੀਆਂ ਦੀ ਜਾਂਚ ਕਰ ਰਿਹਾ ਇੱਕ ਸਮੂਹ ਹੈ, ਠੀਕ ਹੈ। 20 ਹਰਟਜ਼ ਤੋਂ ਘੱਟ ਧੁਨੀ ਵਾਲੀਆਂ ਆਵਾਜ਼ਾਂ ਬੇਟਾ 20 ਹਰਟਜ਼ ਤੋਂ ਘੱਟ ਜਿਹੜੀਆਂ ਨੇ ਇਨਫਰਾਸੋਨਿਕ ਰੇਜ਼ ਹੁੰਦੀਆਂ ਨੇ, ਅਤੇ ਆਡੀਬਲ ਰੇਂਜ ਤੁਹਾਨੂੰ ਪਤਾ ਹੀ ਹੈ ਬੇਟਾ 20 ਤੋਂ ਲੈ ਕੇ 20,000 ਤੱਕ ਜਿਹੜੀ ਹੈ ਇਹ ਕੀ ਹੈ ਤੁਹਾਡੀ ਆਡੀਬਲ ਯਾਨੀ ਕਿ ਸੁਣਨਯੋਗ ਕੰਨ ਦੀ ਸੀਮਾ ਹੁੰਦੀ ਹੈ, ਮਨੁੱਖੀ ਕੰਨ ਦੀ। 13 ਕੁਐਸਚਨ 'ਤੇ ਆ ਜਾਈਏ ਬੇਟਾ, ਤੁਹਾਨੂੰ ਕਿਸੇ ਸ਼ਹਿਰ ਦੇ ਵਿੱਚ ਪ੍ਰਦੂਸ਼ਣ ਦੀ ਪਛਾਣ ਕਰਨ ਦਾ ਕੰਮ ਸੌਂਪਿਆ ਗਿਆ, ਤਾਂ ਤੁਸੀਂ ਆਪਣਾ ਡੈਸੀਬਲ ਦਾ ਕਿੰਨੇ ਪੱਧਰ ਤੋਂ ਦੇਖੋਗੇ ਕਿ ਤੁਹਾਡੀ ਉਸ ਤੋਂ ਉੱਪਰ ਦੀ ਆਵਾਜ਼ ਜਿਹੜੀ ਹੈ ਨੁਕਸਾਨਯੋਗ ਹੈ? ਬੇਟਾ ਬੇਸਿਕਲੀ ਜਿੰਨੇ ਵੀ 70 ਡੈਸੀਬਲ ਤੋਂ ਆਮ ਤੌਰ 'ਤੇ WHO ਨੇ ਤਾਂ 65 ਤੋਂ ਉੱਪਰ ਕਿਹਾ ਗਿਆ ਹੈ,
पर 70 ਡੈਸੀਬਲ ਤੋਂ ਉੱਪਰ ਜਿਹੜਾ ਹੈ ਆਪਾਂ ਕੰਸੀਡਰ ਕਰਾਂਗੇ ਕਿ ਇਹ ਜਿਹੜੀ ਹੈ ਪੋਲਿਊਸ਼ਨ ਕਾਜ਼ ਕਰ ਰਹੀ ਹੈ। ਹਾਂਜੀ ਬੇਟਾ, ਇੱਕ ਮੱਛਰ ਹੈ ਤੁਹਾਡੇ ਆਲੇ ਦੁਆਲੇ ਗੂੰਜ ਪੈਦਾ ਕਰ ਰਿਹਾ। ਬੇਟਾ ਗੂੰਜ ਕਿਵੇਂ ਪੈਦਾ ਹੋ ਰਹੀ ਹੈ? ਕਿਉਂਕਿ ਉਹ ਆਪਣੇ ਪੰਖ ਜਿਹੜਾ ਬਹੁਤ ਤੇਜ਼ੀ ਨਾਲ ਹਿਲਾ ਰਿਹਾ ਹੈ। ਜਦੋਂ ਆਪਣੇ ਪੰਖਾਂ ਨੂੰ ਤੇਜ਼ੀ ਨਾਲ ਹਿਲਾ ਰਿਹਾ ਬੇਟਾ 40 ਕੰਪਨ ਪ੍ਰਤੀ ਸੈਕਿੰਡ ਯਾਨੀ ਕਿ 40 ਵਾਈਬ੍ਰੇਸ਼ਨ ਪਰ ਸੈਕਿੰਡ। ਇਹਦਾ ਮਤਲਬ ਹੈ ਕਿ ਉਹਦੀ ਫ੍ਰੀਕੁਐਂਸੀ ਯਾਨੀ ਕਿ ਉਹਦੀ ਆਵਰਤੀ ਜਿਹੜੀ ਹੈ ਕੀ ਹੋ ਗਈ ਹੈ 40, ਠੀਕ ਹੈ, ਪਰ ਸੈਕਿੰਡ। ਵਟ ਇਜ਼ ਦਾ ਟਾਈਮ ਪੀਰੀਅਡ? ਬੇਟਾ ਹੁਣੇ ਉੱਪਰ ਆਪਾਂ ਕਰਕੇ ਆਏ ਹਾਂ, ਟਾਈਮ ਪੀਰੀਅਡ ਕੀ ਹੁੰਦਾ ਹੈ 1/f 1/ ਫ੍ਰੀਕੁਐਂਸੀ, ਠੀਕ ਹੈ। ਹੁਣ ਆਪਾਂ ਨੇ ਦੇਖੋ 1 ਸਕਿੰਟ ਦੇ ਵਿੱਚ 40 ਕੰਪਨ ਹੈ, 1 ਸਕਿੰਟ ਦੇ ਵਿੱਚ 40 ਵਾਈਬ੍ਰੇਸ਼ਨ ਦਾ ਮਤਲਬ ਹੈ ਕਿ ਉਸ ਮੱਛਰ ਦੀ ਜਿਹੜੀ ਆਵਰਤੀ ਹੈ ਫ੍ਰੀਕੁਐਂਸੀ ਹੈ ਉਹ 40 ਕੰਪਨ ਪਰ ਸੈਕਿੰਡ ਹੈ। ਤਾਂ ਟਾਈਮ ਪੁੱਛਿਆ ਗਿਆ ਹੈ ਤਾਂ ਟਾਈਮ ਜਿਹੜਾ ਰੈਸੀਪ੍ਰੋਕਲ ਹੁੰਦਾ ਉਹਦਾ ਉਲਟ ਹੁੰਦਾ। ਸੋ ਜੇ ਆਪਾਂ ਇਹਦੀ ਪੁੱਛਿਆ ਗਿਆ ਹੋਵੇ ਉਹਦਾ ਆਵਰਤਕਾਲ ਯਾਨੀ ਕਿ ਟਾਈਮ ਪੀਰੀਅਡ, ਤਾਂ ਟਾਈਮ ਪੀਰੀਅਡ ਕੀ ਆ ਜਾਏਗਾ? ਫ੍ਰੀਕੁਐਂਸੀ 40 ਆ ਗਈ ਤਾਂ ਟਾਈਮ ਪੀਰੀਅਡ ਕਿੰਨਾ ਆ ਜਾਏਗਾ 400, ਠੀਕ ਹੈ। ਸੋ ਰਾਈਟ ਆਪਸ਼ਨ ਕਿਹੜੀ ਆ ਗਈ? ਸੈਕਿੰਡ ਆ ਗਈ। ਅਗਲੇ ਕੁਐਸਚਨ ਤੇ ਆ ਜਾਓ। ਸੰਗੀਤ ਯੰਤਰਾਂ ਵਿੱਚ ਕਿਹੜੀ ਧੁਨੀ ਦਾ ਤਿੱਖਾਪਨ ਜ਼ਿਆਦਾ ਹੈ? ਬੇਟਾ ਬੰਸਰੀ ਯਾਨੀ ਫਲੂਟ ਜਿਹੜੀ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਤਿੱਖਾਪਨ ਹੁੰਦਾ ਹੈ। ਥੈਂਕ ਯੂ ਬੇਟਾ, ਗੋਡ ਬਲੈਸ ਯੂ ਆਲ।